ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਉਹ ਪਰਮੇਸ਼ਰ ਪਿਤਾ, ਤੂੰ ਸਾਨੂੰ ਆਪਣੀ ਮਹਿਮਾ ਦੇ ਨਾਲ ਲੈ ਕੇ ਚੱਲਦਾ ਹੈ ਕਿ ਅਸੀਂ ਪਰਮੇਸ਼ਰ ਪਿਤਾ ਤੇਰੀ ਮਹਿਮਾ ਦੇ ਨਾਲ ਤੇਰੇ ਰਾਜ ਵਿੱਚ ਵਧੀਏ ਔਰ ਤੇਰੇ ਨਾਮ ਦੀ ਵਡਿਆਈ ਕਰੀਏ। ਇਹ ਤੇਰੇ ਵਚਨ ਤੋਂ ਹੈ। ਤੇਰਾ ਵਚਨ ਸਾਨੂੰ ਜੋ ਸਵਰਗ ਤੋਂ ਤੇਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮਿਲਿਆ, ਜਿਸ ਵਿੱਚ ਅਸੀਂ ਪਰਮੇਸ਼ਰ ਪਿਤਾ ਧਨ ਹੋਏ ਔਰ ਜਿਸ ਵਿੱਚ ਅਸੀਂ ਆਪ ਦੀ ਸੰਤਾਨ ਬਣ ਕੇ ਆਪ ਦੀ ਭਗਤੀ ਕਰਨ ਵਾਲੇ ਹੋਏ, ਉਸ ਦੇ ਲਈ ਅਸੀਂ ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਪਰਮੇਸ਼ਰ ਅੱਜ ਦੇ ਵਚਨ ਦੇ ਵਿੱਚ ਸਾਨੂੰ ਬੁੱਧ ਦੇ ਸਮਝਦੇ, ਤਾਂ ਕਿ ਅਸੀਂ ਤੇਰੇ ਵਚਨ ਦੇ ਗੂੜ ਭੇਤਾਂ ਨੂੰ ਸਿੱਖਦਿਆਂ ਹੋਇਆਂ ਤੇਰੇ ਰਾਜ ਵਿੱਚ ਬਣੇ ਪਾਏ ਜੇ। ਬੋਲਣ ਵਾਲੇ ਅਤੇ ਸੁਣਨ ਵਾਲੇ ਨੂੰ ਦੋਨਾਂ ਨੂੰ ਤੌਫੀਕ ਦੇ, ਤਾਂ ਕਿ ਤੇਰੀ ਮਹਿਮਾ, ਤੇਰੀ ਵਡਿਆਈ ਸਾਡੇ ਜੀਵਨ 'ਚ ਹੁੰਦੀ ਰਹੇ। ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਭਾਗ ਹੈ ਉਹ ਦੂਸਰਾ ਕਰੰਥੀਆਂ 9 ਅਧਿਆਏ ਉਸ ਦੇ 8 ਵਚਨ ਦੇ ਵਿੱਚੋਂ ਮੈਂ ਲਿਆ ਹੈ। ਇੱਥੇ ਲਿਖਿਆ ਹੈ, ਅਤੇ ਪਰਮੇਸ਼ਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸਕਦਾ ਹੈ, ਭਾਈ ਹਰ ਪ੍ਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ, ਕਿ ਹਰ ਸ਼ੁਭ ਕਰਮ ਲਈ ਤੁਹਾਡੇ ਕੋਲ ਵਾਫਰ ਵੀ ਹੋਵੇ। ਇਸ ਦਾ ਜੋ ਮੈਂ ਸਬਜੈਕਟ ਲਿਆ ਹੈ ਉਹ ਹੈ, ਪਰਮੇਸ਼ਰ ਸਾਡੇ ਉੱਤੇ ਬਹੁਤੀ ਕਿਰਪਾ ਕਰਦਾ ਹੈ। ਇਸ ਜਦੋਂ ਖੰਡ ਨੂੰ ਪੜ੍ਹ ਰਹੇ ਸੀ, ਕੁਝ ਗੱਲਾਂ ਮੈਂ ਆਪ ਦੇ ਨਾਲ ਇਸ ਵਿੱਚ ਕਰਾਂਗਾ। ਇੱਥੇ ਸਾਡੇ ਕੋਲ ਇੱਕ ਵਾਅਦਾ ਹੈ ਕਿ ਜੇਕਰ ਇੱਕ ਵਿਅਕਤੀ ਸੱਚਮੁੱਚ ਦਿਆਲੂ ਹੋਣਾ ਚਾਹੁੰਦਾ ਹੈ ਤਾਂ ਪਰਮੇਸ਼ਰ ਵੇਖੇਗਾ ਕਿ ਉਸ ਨੂੰ ਮੌਕਾ ਦਿੱਤਾ ਜਾਵੇ। ਕਿਰਪਾ ਇੱਥੇ ਸਰੋਤ ਦੇ ਲਈ ਇੱਕ ਸਮਾਨਾਰਥੀ ਸ਼ਬਦ ਵਜੋਂ ਪ੍ਰਯੋਗ ਕੀਤੀ ਗਈ ਹੈ। ਪਰਮੇਸ਼ਰ ਸਰੋਤ ਨਾਲ ਸਾਡੀ ਪੂਰਤੀ ਕਰਨ ਯੋਗ ਹੈ, ਤਾਂ ਜੋ ਸਿਰਫ ਸਾਡੇ ਕੋਲ ਆਪਣੇ ਲਈ ਹੀ ਕਾਫੀ ਨਾ ਹੋਵੇ, ਪਰ ਇੰਨਾ ਹੀ ਕਿ ਅਸੀਂ ਜੋ ਸਾਡੇ ਕੋਲ ਹੈ ਉਸ ਨੂੰ ਦੂਜਿਆਂ ਨਾਲ ਵੰਡਣ ਦੇ ਯੋਗ ਹੋਵਾਂਗੇ, ਅਤੇ ਇਸ ਤਰ੍ਹਾਂ ਹਰੇਕ ਭਲੇ ਕੰਮ ਦੇ ਲਈ ਵਾਫਰ ਸਾਡੇ ਕੋਲ ਹੋਵੇਗਾ। ਇਸ ਆਇਤ ਦੇ ਵਿੱਚ ਸਾਰੇ ਸ਼ਬਦ ਦੇ ਉੱਤੇ ਧਿਆਨ ਦੇਣਾ ਹੈ। ਸਾਰੀ ਕਿਰਪਾ ਸਦਾ, ਜੋ ਸਾਰੇ ਸਮੇਂ ਦੇ ਲਈ ਹੈ, ਸਦਾ ਸਭ ਕੁਝ, ਸਾਰੀਆਂ ਵਸਤਾਂ ਹਰ ਵੇਲੇ ਕੰਮ ਦੇ ਲਈ ਹਨ। ਔਰ ਦੂਸਰੀ ਗੱਲ ਇੱਥੇ ਮੈਂ ਇਹ ਵੇਖਦਾ ਹਾਂ, ਇਸ ਵਿੱਚ ਜੋ ਵੇਖਣ ਦੇ ਲਾਇਕ ਹੈ ਉਹ ਹੈ, ਵਿਸ਼ਵਾਸੀ ਜਿਹੜੇ ਲੋੜ ਵਿੱਚ ਲੋਕਾਂ ਦੀ ਸਹਾਇਤਾ ਲਈ ਜੋ ਕੁਝ ਕਰ ਸਕਦੇ ਲਈ ਭੇਂਟ ਦਿੰਦੇ ਹਨ। ਇਹ ਵੇਖਣਗੇ ਕਿ ਪਰਮੇਸ਼ਰ ਦਿਆਲੂਤਾ ਨਾਲ ਉਹਨਾਂ ਦੀਆਂ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕਦਾ ਹੈ, ਅਤੇ ਹੋਰ ਵੀ ਬਹੁਤਾ, ਤਾਂ ਜੋ ਉਹ ਨਿਰਵਲਤਾਈ ਵਿੱਚ ਨਿਰੰਤਰ ਖੁੱਲ੍ਹਦਿਲੀ ਅਤੇ ਸ਼ੁਭ ਕਰਮਾਂ ਨੂੰ ਵਿਖਾਉਂਦੇ ਰਹਿਣ। ਔਰ ਇਸ ਦੇ ਲਈ ਮੈਂ ਜੋ ਵਚਨ ਪੜ੍ਹਦਾ ਹਾਂ ਖੁੱਲ੍ਹਦਿਲੀ ਦੇ ਵਿੱਚ, ਅਫਸੀਆਂ ਦੀ ਪੁਸਤਕ 4:28, ਇੱਥੇ ਪੌਲਸ ਰਸੂਲ ਕਹਿੰਦਾ ਹੈ, ਚੋਰੀ ਕਰਨ ਵਾਲਾ ਗਾਹਾਂ ਨੂੰ ਚੋਰੀ ਨਾ ਕਰੇ, ਸਗੋਂ ਆਪਣੇ ਹੱਥੀਂ ਮਿਹਨਤ ਕਰਕੇ ਭਲਾ ਕੰਮ ਕਰੇ, ਭਾਈ ਜਿਹਨੂੰ ਲੋੜ ਹੈ ਉਹਨੂੰ ਵੰਡ ਦੇਣ ਲਈ ਕੁਝ ਉਸ ਦੇ ਕੋਲ ਹੋਵੇ। ਮਿਹਨਤ ਕਰਨ ਵਾਲੇ ਦੀ ਗੱਲ ਕੀਤੀ ਗਈ ਹੈ। ਜਿਹੜਾ ਮਿਹਨਤ ਕਰਦਾ ਹੈ ਉਸ ਉੱਤੇ ਪਰਮੇਸ਼ਵਰ ਦੀ ਕਿਰਪਾ ਬਹੁਤੀ ਕਰਕੇ ਹੁੰਦੀ ਹੈ। ਕਿਰਪਾ ਦਾ ਅਰਥ ਹੈ ਪਰਮੇਸ਼ਰ ਦੀ ਨਾ ਕਮਾਈ ਹੋਈ, ਨਾ ਹੱਕਦਾਰ ਮਿਹਰਬਾਨੀ, ਪਿਆਰ, ਸਹਾਇਤਾ ਅਤੇ ਯੋਗ ਬਣਾਉਣ ਦੀ ਸ਼ਕਤੀ ਹੈ। ਜਦੋਂ ਅਸੀਂ ਹੋਰਨਾਂ ਨੂੰ ਉਤਪਾਦਕ ਢੰਗ ਵਿੱਚ ਯੋਗ ਬਣਾਉਂਦੇ ਅਤੇ ਸਹਾਇਤਾ ਕਰਦੇ ਹੋਏ ਪਿਆਰ ਵਿਖਾਉਂਦੇ ਹਾਂ, ਤਾਂ ਪਰਮੇਸ਼ਰ ਸਾਡੇ ਲਈ ਸਾਨੂੰ ਹੋਰ ਵੀ ਜ਼ਿਆਦਾ ਕਰਨ ਦੇ ਲਈ ਯੋਗ ਬਣਾਉਂਦੇ ਅਤੇ ਸਹਾਇਤਾ ਕਰਦੇ ਇੱਕ ਖਾਸ ਪਿਆਰ ਨੂੰ ਵਿਖਾਉਂਦਾ ਹੈ। ਔਰ ਇਹ ਪਿਆਰ ਉਸ ਦੀ ਕਿਰਪਾ ਨੂੰ ਪ੍ਰਗਟ ਕਰਦਾ ਹੈ ਜਿਸ ਦੇ ਅਸੀਂ ਲਾਇਕ ਨਹੀਂ ਸੀ।
ਪਰ ਤੀਸਰੀ ਗੱਲ ਅਸੀਂ ਇਸ ਵਿੱਚ ਵੇਖਣ ਜਾ ਰਹੇ ਹਾਂ, ਪਰਮੇਸ਼ਰ ਦੀ ਕਿਰਪਾ ਹਰ ਹਾਲਾਤਾਂ ਵਿੱਚ ਸ਼ਾਂਤ ਰਹਿਣ ਵਿੱਚ ਸਾਡੀ ਮਦਦ ਕਰਦੀ ਹੈ ਅਤੇ ਨਾਲ ਹੀ ਨਾਲ ਪਰਮੇਸ਼ਰ ਦੇ ਲਈ ਖਰਚ ਕਰਨਾ ਅਤੇ ਖਰਚ ਹੋ ਜਾਣ ਵਿੱਚ ਵਿਸ਼ਾਲ ਦਿਲ ਵੀ ਦਿੰਦੀ ਹੈ। ਜ਼ਿਆਦਾਤਰ ਵਿਸ਼ਵਾਸੀ ਖੁਸ਼ੀ ਨਾਲ ਦੇਣਾ ਕੀ ਹੈ ਇਸ ਨੂੰ ਨਹੀਂ ਜਾਣਦੇ ਹਨ। ਜੇ ਉਹ ਪ੍ਰਭੂ ਨੂੰ 15 ਰੁਪਏ ਦਿੰਦੇ ਹਨ ਤਾਂ ਇਸ ਬਾਰੇ ਵਿੱਚ ਅਣਗਿਣਤ ਵਾਰ ਦੱਸਦੇ ਰਹਿੰਦੇ ਹਨ, ਪਰ ਚੱਪਲ ਦੇ ਲਈ ਉਸ ਨੂੰ ਦੁੱਗਣੇ ਪੈਸਿਆਂ ਨੂੰ ਖੁਸ਼ੀ ਨਾਲ ਖਰਚ ਕਰ ਦਿੰਦੇ ਹਾਂ। ਕਈ ਵਾਰ ਜਦੋਂ ਉਹ ਇੱਕ ਐਤਵਾਰ ਨੂੰ ਥੋੜ੍ਹੇ ਰੁਪਏ ਦਿੰਦੇ ਹਨ ਤਦ ਅਗਲੇ ਐਤਵਾਰ ਨੂੰ ਕੁਝ ਵੀ ਨਹੀਂ ਦਿੰਦੇ। ਜੇ ਤੁਸੀਂ ਪਰਮੇਸ਼ਰ ਦੀ ਕਿਰਪਾ ਚੱਖੀ ਹੈ ਅਤੇ ਉਹ ਕਿਸ ਤਰ੍ਹਾਂ ਨਾਲ ਸਭ ਕੁਝ ਨੂੰ ਭਰਪੂਰੀ ਨਾਲ ਵੇਖਦਾ ਹੈ ਤਦ ਤੁਸੀਂ ਖੁਸ਼ੀ ਨਾਲ ਦੇ ਸਕੋਗੇ। ਦਸਵੰਧ ਦੇਣ ਦੇ ਵਿੱਚ ਮੈਨੂੰ ਪੂਰੇ 2 ਸਾਲ ਲੱਗ ਗਏ ਸਨ। ਦਸਵੰਧ ਨਹੀਂ ਮੈਂ ਕਹਿ ਸਕਦਾ ਇੱਥੇ, ਪਰਮੇਸ਼ਵਰ ਨੂੰ ਦੇਣ ਦੇ ਵਾਸਤੇ ਮੈਨੂੰ ਕਈ ਸਮਾਂ ਲੱਗ ਗਿਆ ਸੀ। ਜਦੋਂ ਮੈਂ ਸਿੱਖੀ ਦੇ ਵਿੱਚ ਸਾਂ ਤਦ ਮੈਂ ਜਦੋਂ ਆਪਣਾ ਕੋਈ ਚੀਜ਼ ਦੇਣੀ ਹੁੰਦੀ ਸੀ ਗੁਰਦੁਆਰੇ ਜਾਂ ਕਿਸੇ ਵੀ ਜਗ੍ਹਾ 'ਤੇ ਬੜੇ ਖੁੱਲ੍ਹੇ ਦਿਲ ਦੇ ਨਾਲ ਅਸੀਂ ਬੋਰੀਆਂ ਤੇ ਬੋਰੀਆਂ ਚੁਕਾ ਦਿੰਦੇ ਸੀ ਅਤੇ ਅਸੀਂ ਇਹ ਸੋਚਦੇ ਸੀ ਪ੍ਰਭੂ ਘਰ ਦੇ ਵਿੱਚ ਜਾ ਰਹੀ ਆ, ਪ੍ਰਭੂ ਇਸ ਦਾ ਸਾਨੂੰ ਫਲ ਦੇਵੇਗਾ। ਪਰ ਉਹ ਉਸ ਵੇਲੇ ਦਾ ਮੇਰੇ ਵਿੱਚ ਸਥਾਨ ਸੀ। ਪਰ ਜਦੋਂ ਮੈਂ ਪ੍ਰਭੂ ਦੇ ਵਿੱਚ ਆ ਗਿਆ ਤਾਂ ਮੈਂ ਇਸ ਗੱਲ ਦੇ ਵਿੱਚ ਇੱਕ ਗੋਲਕ ਦੇਖਦਾ ਹੁੰਦਾ ਸੀ ਜਾਂ ਇੱਕ ਥੈਲੀ ਦੇਖਦਾ ਹੁੰਦਾ ਸੀ ਜਿਹੜੀ ਘੁੰਮਦੀ ਹੈ, ਪਰ ਉਸ ਵਿੱਚ ਲੋਕ ਪਾ ਰਹੇ ਆ, ਕਿੱਦਾਂ ਪਾ ਰਹੇ, ਇਸ ਗੱਲ ਦਾ ਮੈਨੂੰ ਬਹੁਤ ਨਹੀਂ ਸੀ। ਜਿਵੇਂ ਜਿਵੇਂ ਮੈਂ ਸਿੱਖਦਾ ਗਿਆ ਮੈਨੂੰ ਪਤਾ ਲੱਗਦਾ ਗਿਆ ਕਿ ਪਰਮੇਸ਼ਵਰ ਨੇ ਕਿਹਾ ਹੈ ਹਰ ਇੱਕ ਨੂੰ ਆਪਣੀ ਔਕਾਤ ਅਨੁਸਾਰ ਪਰਮੇਸ਼ਵਰ ਨੂੰ ਦੇਣਾ ਚਾਹੀਦਾ ਹੈ। ਔਕਾਤ ਦਾ ਮਤਲਬ ਜਿੰਨਾ ਮੇਰੇ ਕੋਲ ਹੋ ਸਕੇ ਓਨਾ ਦੇਣਾ ਚਾਹੀਦਾ ਹੈ ਅਤੇ ਪਰਮੇਸ਼ਰ ਉਸ ਵਿੱਚ ਫਿਰ ਆਪਣੀ ਕਿਰਪਾ ਬਹੁਤੀ ਕਰਕੇ ਪਾਉਂਦਾ ਹੈ। ਔਰ ਜਦੋਂ ਮੈਂ ਪਰਮੇਸ਼ਰ ਨੂੰ ਦੇਣ ਵਿੱਚ ਆਪਣੀ ਲਾਚਾਰੀ ਨੂੰ ਸਮਝਣ ਦਾ ਯਤਨ ਕਰਦੇ ਹੋਏ ਮੈਂ ਪ੍ਰਭੂ ਨੂੰ ਕਿਹਾ, ਪ੍ਰਭੂ ਵੇਖ ਮੈਂ ਕਿੰਨਾ ਗਰੀਬ ਹਾਂ। ਉਸ ਤੋਂ ਬਾਅਦ ਪ੍ਰਭੂ ਨੇ ਮੇਰੇ ਨਾਲ ਗੱਲ ਕਰਦੇ ਹੋਏ ਇਸ ਤਰ੍ਹਾਂ ਕਿਹਾ, ਜੇ ਤੂੰ ਇੱਕ ਪੈਸੇ ਨਾਲ ਆਪਣਾ ਪਾਲਣ ਪੋਸ਼ਣ ਕਰ ਸਕਦਾ ਹੈ ਤਦ ਇਹਨਾਂ ਪੈਸਿਆਂ ਨਾਲ ਤੂੰ ਜ਼ਰੂਰ ਅਜਿਹਾ ਕਰ ਸਕਦਾ ਹੈ। ਇਸ ਤਰ੍ਹਾਂ ਮੈਂ ਪ੍ਰਭੂ ਤੋਂ ਮੰਗਿਆ ਅਤੇ ਪ੍ਰਭੂ ਨੇ ਮੈਨੂੰ ਦੇਣਾ ਸਿਖਾ ਦਿੱਤਾ ਅਤੇ ਮੈਂ ਦੇਣਾ ਸ਼ੁਰੂ ਕਰ ਦਿੱਤਾ। ਔਰ ਜਿੰਨਾ ਜ਼ਿਆਦਾ ਮੈਂ ਦਿੰਦਾ ਸੀ ਉਹਦੇ ਨਾਲੋਂ ਬਹੁਤਾਇਕ ਨਾਲ ਪ੍ਰਭੂ ਦਿੰਦਾ। ਦੇਣ ਦਾ ਮਤਲਬ ਕੀ ਹੈ? ਮੈਂ ਲੋੜਵੰਦ ਭਰਾਵਾਂ ਨੂੰ ਅਤੇ ਉਹ ਪ੍ਰਭੂ ਦੇ ਕਾਰਜਾਂ ਵਿੱਚ ਜਿੱਥੇ ਪ੍ਰਭੂ ਦੀ ਮਹਿਮਾ ਹੁੰਦੀ ਸੀ, ਉਸ ਕਾਰਜਾਂ ਦੇ ਵਿੱਚ ਜਿੱਥੇ ਪਰਮੇਸ਼ਵਰ ਦਾ ਨਾਮ ਉੱਚਾ ਹੁੰਦਾ ਸੀ, ਉਸ ਜਗ੍ਹਾ ਦੇ ਉੱਤੇ ਦੇਣ ਦੇ ਲਈ ਮੈਂ ਸਭ ਤੋਂ ਅੱਗੇ ਹੋ ਗਿਆ। ਬਾਈਬਲ ਦੇ ਵਿੱਚ ਲਿਖਿਆ ਹੈ ਦੋ ਤਾਂ ਤੁਹਾਨੂੰ ਵੀ ਦਿੱਤਾ ਜਾਵੇਗਾ। ਅਸੀਂ ਦੇਣਾ ਨਹੀਂ ਸਿੱਖਿਆ, ਇਸ ਕਰਕੇ ਸਾਡੇ ਉੱਤੇ ਪਰਮੇਸ਼ਵਰ ਦੀ ਕਿਰਪਾ ਬਹੁਤੀ ਕਰਕੇ ਨਹੀਂ ਵਰਦੀ ਹੈ। ਬਾਈਬਲ 'ਚ ਲਿਖਿਆ ਹੈ ਜੇ ਤੁਸੀਂ ਇੱਕ ਪੈਸੇ ਦੇ ਵਿੱਚੋਂ ਦੇਣਾ ਨਹੀਂ ਜਾਣਦੇ ਤਾਂ ਤੁਸੀਂ ਬਹੁਤੇ ਵਿੱਚੋਂ ਕਿੱਦਾਂ ਦਿਓਗੇ। ਇਸ ਲਈ ਪਿਆਰੋ, ਮੈਂ ਜਦੋਂ ਇਹ ਗੱਲ ਨੂੰ ਸਿੱਖਿਆ ਤਦ ਮੈਂ ਪ੍ਰਭੂ ਨੂੰ ਖੁੱਲ੍ਹ ਕੇ ਦੇਣਾ ਸ਼ੁਰੂ ਕੀਤਾ। ਔਰ ਜਿੰਨਾ ਮੈਂ ਪਰਮੇਸ਼ਵਰ ਨੂੰ ਖੁੱਲ੍ਹ ਕੇ ਦੇਣਾ ਸ਼ੁਰੂ ਕੀਤਾ, ਕਿਰਪਾ ਮੇਰੇ ਉੱਤੇ ਉਨੀ ਬਾਲੀ ਹੋਈ ਹੈ ਔਰ ਮੈਂ ਉਸ ਦਾ ਹਿਸਾਬ ਨਹੀਂ ਲਾ ਸਕਦਾ ਹਾਂ। ਪ੍ਰਭੂ ਨੇ ਮੈਨੂੰ ਚੌਥਾ ਹਿੱਸਾ, ਅੱਧਾ ਹਿੱਸਾ, ਤਿਹਾਈ ਹਿੱਸਾ, ਆਖਰ ਵਿੱਚ ਸਭ ਦੇਣਾ ਸਿਖਾਇਆ। ਪਰਮੇਸ਼ਵਰ ਦੀ ਕਿਰਪਾ ਮੈਨੂੰ ਅਤੇ ਉਹ ਵੀ ਖੁਸ਼ੀ ਦੇ ਨਾਲ ਦੇਣਾ ਸਿਖਾਉਂਦੀ ਹੈ ਕਿ ਇਹ ਕਿਰਪਾ ਅਨੋਖੀ ਹੈ ਅਤੇ ਇਹ ਸਾਨੂੰ ਸਾਰਿਆਂ ਨੂੰ ਸਿਖਾਉਂਦੀ ਹੈ ਕਿ ਕਿਸ ਤਰ੍ਹਾਂ ਨਾਲ ਪਰਮੇਸ਼ਰ ਲਈ ਖਰਚਣਾ ਅਤੇ ਖੁਦ ਨੂੰ ਖਰਚ ਹੋ ਜਾਣਾ ਚਾਹੀਦਾ ਹੈ। ਜਦੋਂ ਅਸੀਂ ਪ੍ਰਭੂ ਦੇ ਲਈ ਖੁਦ ਖਰਚ ਹੋਣਾ ਸਿੱਖ ਜਾਂਦੇ ਹਾਂ ਤਦ ਪਰਮੇਸ਼ਵਰ ਦੀ ਕਿਰਪਾ ਨੂੰ ਅਸੀਂ ਆਪਣੇ ਜੀਵਨ ਵਿੱਚ ਬਾਹਲਾ ਕਰਕੇ ਦੇਖਦੇ ਹਾਂ।
ਪਿਆਰੋ, ਪਰਮੇਸ਼ਵਰ ਮੈਨੂੰ ਇਸ ਤਰੀਕੇ ਦੇ ਨਾਲ ਆਪਣੇ ਜੀਵਨ ਦੇ ਵਿੱਚ ਬਹੁਤਾ ਕਰਕੇ ਸਿਖਾਉਣਾ ਚਾਹੁੰਦਾ ਹੈ। ਪਰ ਉਹ ਕਹਿੰਦਾ ਹੈ ਜਦੋਂ ਅਸੀਂ ਜਾਣਦੇ ਹੋਏ ਵੀ ਨਹੀਂ ਕਰਦੇ ਹਾਂ, ਦੇਖਦੇ ਹੋਏ ਵੀ ਨਹੀਂ ਦਿੰਦੇ ਹਾਂ, ਤਦ ਪਰਮੇਸ਼ਵਰ ਮੇਰੇ ਕੋਲੋਂ ਉਸ ਕਿਰਪਾ ਦੇ ਹੱਥ ਨੂੰ ਘਟਾ ਦਿੰਦਾ ਹੈ, ਕਿਉਂਕਿ ਉਹ ਜਾਣ ਲੈਂਦਾ ਹੈ ਕਿ ਮੈਂ ਜਾਣਦੇ ਹੋਏ ਵੀ ਇਹਦਾ ਮਤਲਬ ਮੈਂ ਆਪਣੇ ਦਿਲ ਨੂੰ ਸਖਤ ਕਰ ਰੱਖਿਆ ਹੈ। ਜਦੋਂ ਮੈਂ ਖੁੱਲ੍ਹੇ ਦਿਲ ਦੇ ਨਾਲ ਕਰਦਾ ਹਾਂ ਤਾਂ ਮੈਂ ਪਰਮੇਸ਼ਰ ਵਾਲਾ ਦਿਲ ਆਪਣੇ ਵਿੱਚ ਬਣਾ ਲਿਆ ਹੈ ਕਿ ਜਿਸ ਤਰ੍ਹਾਂ ਪਰਮੇਸ਼ਰ ਨੇ ਖੁੱਲ੍ਹੇ ਦਿਲ ਦੇ ਨਾਲ ਆਪਣਾ ਪਿਆਰਾ ਪੁੱਤਰ ਕਲਵਰੀ ਕਰੂਸ ਦੇ ਉੱਤੇ ਦੇ ਦਿੱਤਾ, ਤਾਂ ਮੈਂ ਕਿਉਂ ਨਾ ਆਪਣਾ ਖੁੱਲ੍ਹੇ ਦਿਲ ਨਾਲ ਉਸ ਪ੍ਰਭੂ ਦੇ ਲਈ ਆਪਣੇ ਆਪ ਨੂੰ ਖਰਚ ਕਰ ਦੇਵਾਂ, ਜਿਸ ਦੇ ਨਾਲ ਪਰਮੇਸ਼ਰ ਦੀ ਕਿਰਪਾ ਅਤੇ ਪਰਮੇਸ਼ਰ ਦੀ ਰਾਜ ਦੇ ਵਿੱਚ ਜਦੋਂ ਆਵੇਗਾ ਤਾਂ ਕਿੰਨੇ ਆਦਰ ਦੇ ਨਾਲ ਮੈਨੂੰ ਉੱਚਿਆਂ ਕਰੇਗਾ। ਮੈਂ ਉਸ ਆਵਾਜ਼ ਦੇ ਨਾਲ, ਮੈਂ ਪਰਮੇਸ਼ਰ ਦੀ ਉਸ ਮਹਿਮਾ ਦੇ ਨਾਲ ਉਸ ਕਾਰਜ ਨੂੰ ਕਰਨ ਦੇ ਲਈ ਦਿਨ ਪ੍ਰਤੀ ਦਿਨ ਆਪਣੇ ਆਪ ਨੂੰ ਮੰਡਲੀ ਦੇ ਕਾਰਜਾਂ ਦੇ ਲਈ, ਪ੍ਰਭੂ ਦੇ ਕਾਰਜਾਂ ਦੇ ਲਈ ਆਪਣੇ ਆਪ ਨੂੰ ਦਿਨ ਪ੍ਰਤੀ ਦਿਨ ਖਰਚਣ ਦਾ ਯਤਨ ਕਰ ਰਿਹਾ। ਮੈਂ ਸੋਚ ਰਿਹਾ ਕਿਤੇ ਮੇਰੇ ਕੋਲੋਂ ਕੁਝ ਖੁੰਝ ਨਾ ਜਾਵੇ, ਜਿਸ ਦੇ ਨਾਲ ਜਦੋਂ ਪ੍ਰਭੂ ਦਾ ਰਾਜ ਆਵੇ ਮੈਨੂੰ ਸ਼ਰਮਿੰਦਾ ਹੋਣਾ ਪਵੇ। ਮੈਂ ਚਾਹੁੰਦਾ ਹਾਂ ਕਿ ਪਰਮੇਸ਼ਵਰ ਮੈਨੂੰ ਤੇਰੇ ਲੋਕਾਂ ਦੇ ਲਈ ਜਿੰਨਾ ਖਰਚ ਹੋਣਾ ਪਵੇ ਓਨਾ ਚੰਗਾ ਹੈ। ਜਿੰਨਾ ਅਸੀਂ ਪ੍ਰਭੂ ਦੇ ਲੋਕਾਂ ਦੇ ਲਈ ਆਪਣੇ ਜੀਵਨ ਨੂੰ ਤੰਗ ਹੋ ਕੇ ਵੀ ਦਿੰਦੇ ਹਾਂ ਤਾਂ ਪਰਮੇਸ਼ਵਰ ਉਸ ਦੇ ਵਿੱਚ ਭਲੀ ਬਰਕਤ ਬਹੁਤਾਇਕ ਨਾਲ ਮੇਰੇ ਜੀਵਨ ਦੇ ਵਿੱਚ ਪਾਉਂਦਾ ਹੈ, ਜਿਸ ਦੇ ਨਾਲ ਮੈਂ ਡਾਢਾ ਆਨੰਦ ਹੋ ਕੇ ਪਰਮੇਸ਼ਰ ਦੀ ਵਡਿਆਈ ਕਰਦਾ। ਔਰ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਪਰਮੇਸ਼ਰ ਤੂੰ ਮੈਨੂੰ ਇਸ ਯੋਗ ਬਣਾਇਆ ਕਿ ਮੈਂ ਤੇਰੇ ਕਾਰਜਾਂ ਦੇ ਵਿੱਚ ਇਸਤੇਮਾਲ ਹੋ ਸਕਾਂ ਔਰ ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਤੇਰੇ ਲੋਕਾਂ ਦੇ ਵਿੱਚ ਪ੍ਰਗਟ ਕਰ ਸਕਾਂ। ਇਸੇ ਕਰਕੇ ਤਾਂ ਇਬਰਾਨੀਆਂ ਦੇ ਵਿੱਚ ਲਿਖਿਆ ਹੈ ਕਿ ਵੇਖ ਮੈਂ ਆਪਣੇ ਭਰਾਵਾਂ ਦੇ ਵਿੱਚ ਤੇਰੇ ਨਾਮ ਨੂੰ ਸੁਣਾਵਾਂਗਾ, ਵੇਖ ਮੈਂ ਆਪਣੇ ਭਰਾਵਾਂ ਵਿੱਚ ਤੇਰੀ ਸੱਚੀ ਖੁਸ਼ਖਬਰੀ ਨੂੰ ਸੁਣਾ ਕੇ ਤੇਰੇ ਨਾਮ ਨੂੰ ਉੱਚਾ ਕਰਾਂਗਾ। ਸੱਚਮੁੱਚ ਪ੍ਰਭੂ ਨੇ ਇਹ ਕੰਮ ਕਰਨ ਦੇ ਲਈ, ਮੈਨੂੰ ਭਲਾਈ ਕਰਨ ਦੇ ਲਈ ਅੱਡ ਕੀਤਾ ਕਿ ਉਸ ਦੀ ਕਿਰਪਾ ਨੂੰ ਮੈਂ ਆਪਣੇ ਵਿੱਚ ਬਹੁਤਾਇਕ ਨਾਲ ਵੇਖ ਸਕਾਂ, ਜਿਸ ਦੇ ਲਈ ਪਰਮੇਸ਼ਰ ਨੇ ਮੈਨੂੰ ਚੁਣਿਆ। ਉਸ ਦੇ ਲਈ ਮੈਂ ਉਸ ਦਾ ਧੰਨਵਾਦ ਕਰਦਾ। ਅਗਰ ਆਪ ਨੂੰ ਮੌਕਾ ਮਿਲਦਾ ਹੈ ਪਰਮੇਸ਼ਰ ਦੀ ਕਿਰਪਾ ਨੂੰ ਦੂਸਰਿਆਂ ਦੇ ਅੱਗੇ ਉਜਾਗਰ ਕਰਨ ਦਾ, ਤਾਂ ਉਹ ਕਰਨਾ ਚਾਹੀਦਾ, ਉੱਥੇ ਰੁਕਣਾ ਨਹੀਂ ਚਾਹੀਦਾ ਹੈ। ਦੂਸਰੀ ਗੱਲ, ਜੇ ਤੁਸੀਂ ਕਿਰਪਾ ਦਾ ਸਵਾਦ ਹਜੇ ਤੱਕ ਨਹੀਂ ਚੱਖਿਆ ਹੈ ਤਾਂ ਉਸ ਕਿਰਪਾ ਦੇ ਸਵਾਦ ਨੂੰ ਤੁਸੀਂ ਜਦੋਂ ਤੌਬਾ ਕਰਦੇ ਹੋ, ਨਵਾਂ ਜਨਮ ਲੈ ਲੈਂਦੇ ਹੋ, ਭਾਵ ਤੁਸੀਂ ਇਹ ਸਮਝ ਲੈਂਦੇ ਹੋ ਕਿ ਮੈਂ ਪਾਪੀ ਹਾਂ ਔਰ ਮੇਰੇ ਪਾਪੀ ਦੇ ਲਈ ਪ੍ਰਭੂ ਯਿਸੂ ਮਸੀਹ ਮਾਰਿਆ ਗਿਆ, ਔਰ ਜਦੋਂ ਮੈਂ ਇਸ ਗੱਲ ਨੂੰ ਸੱਚੇ ਦਿਲ ਦੇ ਨਾਲ ਆਪਣੇ ਵਿੱਚ ਸਵੀਕਾਰ ਕਰ ਲੈਂਦਾ ਅਤੇ ਮੂੰਹ ਨਾਲ ਇਕਰਾਰ ਕਰਦਾ ਕਿ ਪ੍ਰਭੂ ਯਿਸੂ ਮਸੀਹ ਮੇਰੇ ਪਾਪੀ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ, ਹੁਣ ਉਹ ਮੇਰਾ ਪ੍ਰਭੂ ਹੈ, ਤਦ ਮੇਰੇ ਵਿੱਚ ਪਰਮੇਸ਼ਰ ਦੀ ਅਤੇ ਪ੍ਰਭੂ ਯਿਸੂ ਵਿੱਚ ਉਹ ਕਿਰਪਾ ਵਾਲੀ ਹੁੰਦੀ ਹੈ ਜੋ ਪ੍ਰਭੂ ਨੇ ਮੇਰੇ ਵਿੱਚ ਆਪਣੇ ਬਲੀਦਾਨ ਦੇ ਰਾਹੀਂ ਪ੍ਰਗਟ ਕੀਤੀ ਹੈ। ਇਸੇ ਕਰਕੇ ਤਾਂ ਜਦੋਂ ਅਸੀਂ ਬਰਕਤ ਦਾ ਕਲਮਾ ਪੜ੍ਹਦੇ ਹਾਂ ਤਾਂ ਉਸ ਵਿੱਚ ਕਹਿੰਦੇ ਹਾਂ ਪਰਮੇਸ਼ਰ ਦਾ ਪ੍ਰੇਮ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਅਤੇ ਪਵਿੱਤਰ ਆਤਮਾ ਦੀ ਸੰਗਤ ਉਹਦੀ ਆਮਦ ਤੱਕ ਸਾਡੇ ਵਿੱਚ ਹਮੇਸ਼ਾ ਹੁੰਦੀ ਰਹੇ। ਆਮੀਨ। ਇਹ ਉਹ ਬਰਕਤ ਦਾ, ਉਹ ਕਿਰਪਾ ਦਾ ਸਾਡੇ ਵਿੱਚ ਕਲਮਾ ਹੈ ਜਿਹੜਾ ਸਾਨੂੰ ਦਿਨ ਪ੍ਰਤੀ ਦਿਨ ਆਸ਼ੀਸ਼ ਕਰਕੇ ਉਸ ਦੇ ਵਿੱਚ, ਉਸ ਦੀ ਆਮਦ ਦੇ ਵਿੱਚ ਅੱਗੇ ਵਧਣ ਦੇ ਲਈ ਸਾਨੂੰ ਬਲ ਦਿੰਦਾ ਹੈ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ।